ਕੁਝ ਦਿਨ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਬੈਠਕ ਹੁੰਦੀ ਹੈ ਔਰ ਬੈਠਕ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ 2022 ਦੀਆਂ ਚੋਣਾਂ ਲੜਨੀਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਉਣਾ ਚਾਹੀਦਾ ਹੈ। ਹਾਲਾਂਕਿ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਉਹ ਥੋੜਾ ਠੰਡਾ ਪੈਂਦਾ ਹੋਇਆ ਨਜ਼ਰ ਆਉਂਦਾ ਹੈ, ਪਰ ਇੱਕ ਵਾਰ ਫੇਰ ਤੋਂ ਹੁਣ ਇਹ ਮਾਮਲਾ ਧੂੜ ਫੜਦਾ ਹੋਇਆ ਨਜ਼ਰ ਆ ਰਿਹਾ, ਜਿੱਥੇ 40 MLAs ਨੇ ਚਿੱਠੀ ਜਿਹੜੀ ਹੈ ਉਹ ਹਾਈ ਕਮਾਂਡ ਨੂੰ ਲਿਖੀ ਹੈ, ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ ਔਰ ਮੰਗ ਕੀਤੀ ਹੈ ਕਿ CLP ਦੀ ਮੀਟਿੰਗ ਬੁਲਾਈ ਜਾਵੇ। ਸਾਡੇ ਨਾਲ ਰਾਜਕੁਮਾਰ ਵੇਰਕਾ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵੇਰਕਾ ਸਾਹਿਬ, ਇਹ CLP ਮੀਟਿੰਗ ਦੀ ਮੰਗ ਦੇ ਲਈ 40 ਵਿਧਾਇਕਾਂ ਦਾ ਇਕੱਠੇ ਹੋਣਾ, ਚਿੱਠੀ ਲਿਖਣਾ, ਇਹ ਸਮਝ ਨਹੀਂ ਆ ਰਿਹਾ ਕੀ ਮੰਗ ਹੈਗੀ ਹੈ। ਕੀ ਇਹ CLP ਮੀਟਿੰਗ ਦੀ ਮੰਗ ਹੈਗੀ ਹੈ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦੀ ਮੰਗ ਹੈਗੀ ਹੈ? ਨਾ तो कोई चिट्ठी लिखी गई, ना कोई चिट्ठी सामने आई। और ਜਿਹੜੀ ਇਹ ਤੁਸੀਂ ਗੱਲ ਕਹੀ ਹੈ ਕਿ ਇਹ ਜਿਹੜੇ ਮਾਮਲੇ ਆ ਧੂੜ ਦੇ ਵਿੱਚ, ਮੈਂ ਤੁਹਾਨੂੰ ਕਿਹਾ ਕਿ ਇਹ ਜਿਹੜੀਆਂ ਗੱਲਾਂ ਸਾਰੀਆਂ ਧੂੜ 'ਚ ਹੀ ਹੈਗੀਆਂ ਜੀ ਭਾਈ। ਇਹ ਧੂੜ 'ਚ ਉੱਡਦੀਆਂ ਹੀ, ਹਕੀਕਤ ਜ਼ਮੀਨ ਤੇ ਕੁਝ ਹੈਗੀ ਹੀ ਨਹੀਂ। ਉਹ ਨਾ ਕਿਸੇ ਨੇ ਕੋਈ ਮੰਗ ਕੀਤੀ, ਨਾ ਕਿਤੇ ਕੋਈ ਗੱਲ ਹੋਈ, ਨਾ ਕਿਸੇ ਦਾ ਕੋਈ ਬਿਆਨ ਆਇਆ। ਔਰ ਮੈਂ ਸਮਝਦਾ ਕਿ ਕੁਝ ਮੀਡੀਆ ਦੀਆਂ ਆਪਣੀਆਂ ਕ੍ਰੀਏਸ਼ਨਸ ਹੈਗੀਆਂ, ਲੇਕਿਨ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਇਹੋ ਜਿਹੀ ਗੱਲਾਂ ਦੀ ਕੋਈ ਚਰਚਾ ਹੈ ਨਹੀਂ। ਪਰ ਉਹਨਾਂ ਮੀਡੀਆ ਕ੍ਰੀਏਸ਼ਨਸ ਦੇ ਉੱਤੇ ਖੰਡਨ ਵੀ ਨਹੀਂ ਹੋਇਆ, ਜਿਹੜੇ ਵਿਅਕਤੀਆਂ ਦਾ ਨਾਮ ਆਇਆ ਉਹਨਾਂ ਨੇ ਇਸ ਨੂੰ ਡਿਨਾਈ ਵੀ ਨਹੀਂ ਕੀਤਾ ਔਰ ਖਾਸ ਤੌਰ ਦੇ ਤੇ ਮੰਗ ਰੱਖੀ ਗਈ ਹੈਗੀ ਕਿ ਜਿਹੜਾ 18 ਪੁਆਇੰਟ ਏਜੰਡਾ ਜਿਹੜਾ ਹਾਈ ਕਮਾਂਡ ਨੇ ਦਿੱਤਾ ਸੀ, ਕਹਿੰਦੇ ਉਸ ਦੀ ਚਰਚਾ ਹੋਵੇ 2022 ਦੀਆਂ ਚੋਣਾਂ ਵਾਸਤੇ। ਤਾਂ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ CLP ਪ੍ਰਧਾਨ ਹੈਗੇ ਨੇ, ਸਿੱਧਾ ਉਹਨਾਂ ਨਾਲ ਵੀ ਮੰਗ ਕੀਤੀ ਜਾ ਸਕਦੀ ਸੀ ਕਿ ਤੁਸੀਂ ਬੈਠਕ ਬੁਲਾ ਲਓ, ਆਪਾਂ ਚਰਚਾ ਕਰ ਲੈਂਦੇ ਹਾਂ। ਹਾਈ ਕਮਾਂਡ ਦੇ ਰਸਤੇ ਤੋਂ ਇਹ ਬੈਠਕ ਬੁਲਾਉਣਾ ਇਹ ਸਮਝ ਨਹੀਂ ਆਉਂਦਾ। ਬਈ ਗੱਲ ਸੁਣੋ ਭਾਈ ਮੇਰੇ, ਉਹਨਾਂ ਨੂੰ ਕਨਫਰਮ ਕਰਨ ਕਿ ਉਹਨਾਂ ਨੇ ਗੱਲ ਕਹੀ ਹੈ, ਕਹਿਣ ਇੱਕ ਵਾਰੀ ਕਿ ਅਸੀਂ ਇਹ ਗੱਲ ਕਹੀ ਹੈ 40 ਬੰਦਿਆਂ ਨੇ। ਕੋਈ ਕਿਸੇ ਨੇ ਗੱਲ ਨਹੀਂ ਕਹੀ। ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕੋਈ ਅਜਿਹੀ ਗੱਲ ਨਹੀਂ ਹੈਗੀ। ਤੁਸੀਂ ਕਹਿੰਦੇ ਉਹਨਾਂ ਡਿਨਾਈ ਨਹੀਂ ਕੀਤੀ, ਮੈਂ ਕਹਿੰਦਾ ਉਹਨਾਂ ਕਨਫਰਮ ਨਹੀਂ ਕੀਤਾ। ਉਹਨਾਂ ਨੇ ਕਨਫਰਮ ਹੀ ਕੋਈ ਨਹੀਂ ਕੀਤਾ, ਨਾ ਹੀ ਇਹ ਕਨਫਰਮ ਗੱਲ ਹੈਗੀ ਹੈ। ਇਹ ਬਿਲਕੁਲ ਗਲਤ ਗੱਲ ਹੈਗੀ ਹੈ ਔਰ ਕਾਂਗਰਸ ਪਾਰਟੀ ਦੇ ਅੰਦਰ ਸਭ ਕੁਝ ਹੈਲਦੀ ਹੈ। ਸਭ ਕੁਝ ਹੈਲਦੀ ਹੈਗਾ। ਫਿਰ ਤ੍ਰਿਪਤ ਰਜਿੰਦਰ ਬਾਜਵਾ ਹੋਣ, ਸੁਖਜਿੰਦਰ ਰੰਧਾਵਾ ਹੋਣ, ਪ੍ਰਗਟ ਸਿੰਘ ਹੋਣ, ਇਹ ਬਾਰ-ਬਾਰ ਇਹ ਮੁੱਦਾ ਕੋ ਚੁੱਕਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਉਣਾ ਚਾਹੀਦਾ ਹੈਗਾ। ਸੁਰਜੀਤ ਧਮਾਨ ਕਹਿ ਰਹੇ ਨੇ ਕਿ 22 ਦੀ ਚੋਣ ਮੈਂ ਲੜੂੰਗਾ ਹੀ ਨਹੀਂ ਜੇ ਕੈਪਟਨ ਅਗਵਾਈ ਕਰਨਗੇ। ਬਈ ਗੱਲ ਸੁਣੋ, ਨਾ ਤੇ ਪ੍ਰਗਟ ਸਿੰਘ ਦਾ ਕੋਈ ਬਿਆਨ ਸਾਹਮਣੇ ਆਇਆ, ਨਾ ਤ੍ਰਿਪਤ ਬਾਜਵੇ ਦਾ ਕੋਈ ਬਿਆਨ ਸਾਹਮਣੇ ਆਇਆ, ਜਾਂ ਨਾ ਸੁਖੀ ਰੰਧਾਵੇ ਦਾ ਕੋਈ ਬਿਆਨ ਸਾਹਮਣੇ ਆਇਆ। ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਭਾਈ ਘਰ ਦੇ ਵਿੱਚ ਬੈਠਕ ਹੋਈ ਸੀਗੀ, ਜਦੋਂ ਉਹਨਾਂ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਇਹੀ ਗੱਲ ਕਹੀ ਸੀ ਕਿ ਉਹਨਾਂ ਨੂੰ ਕੁਰਸੀ ਤੋਂ ਲਾਉਣਾ ਚਾਹੀਦਾ ਹੈ। ਉਹ ਭਾਈ ਇਹ ਪੁਰਾਣੀਆਂ ਗੱਲਾਂ, ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਹੀ, ਇਹ ਖਤਮ ਹੋ ਗਈਆਂ ਗੱਲਾਂ। ਇਹਦੇ ਨਾ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਉਹ ਪੁਰਾਣੀਆਂ ਹੋ ਗਈਆਂ। ਸਭ ਨੇ ਤੋਬਾ ਕਰ ਲਈ, ਸਭ ਨੇ ਕਿਹਾ ਇਕੱਠੇ ਚੱਲਾਂਗੇ, ਕੋਈ ਕਿਸੇ ਦਾ ਮਾਮਲਾ ਨਹੀਂ ਹੁਣ, ਕਿਸੇ ਨੇ ਕੁਝ ਨਹੀਂ ਕਰਨਾ ਹੁਣ। ਪਰ ਸਵਾਲ ਤਾਂ ਉਹੀ ਖੜੇ ਹੋ ਰਹੇ ਨੇ, ਕਹਿੰਦੇ ਕਿ ਜਿਹੜਾ 18 ਪੁਆਇੰਟ ਏਜੰਡਾ ਹੈਗਾ ਉਸ ਦੇ ਉੱਤੇ ਕੰਮ ਕੀ ਹੋਇਆ ਹੈਗਾ, ਬੇਅਦਬੀ ਦੇ ਮਾਮਲੇ ਦੇ ਉੱਤੇ ਕੀ ਕੰਮ ਹੋਇਆ ਹੈਗਾ, ਨਸ਼ੇ ਦੇ ਮਾਮਲੇ ਦੇ ਕੀ ਕੰਮ ਹੋਇਆ, ਘਰ ਘਰ ਰੋਜ਼ਗਾਰ ਦੇ ਉੱਤੇ ਕੀ ਕੰਮ ਹੋਇਆ। ਉਹ ਬਾਰ-ਬਾਰ ਸਵਾਲ ਇਹ ਖੜਾ ਕਰ ਰਹੇ। ਬਈ ਕੋਈ ਨਹੀਂ ਖੜਾ ਕਰਦਾ। ਉਹਨਾਂ ਨੂੰ ਸਾਰੀਆਂ ਲਿਸਟਾਂ ਦੇ ਦਿੱਤੀਆਂ ਜਿਹੜੇ ਜਿਹੜੇ ਕੰਮ ਹੋਇਆ ਨਾ, ਤੇ ਉਹਨਾਂ ਦੇ ਇਲਾਕਿਆਂ 'ਚ ਵੀ ਜਿਹੜੇ ਕੰਮ ਹੈ ਉਹਨਾਂ ਦੀਆਂ ਵੀ ਲਿਸਟਾਂ ਦੇ ਦਿੱਤੀਆਂ ਕਿ 100 150 ਕਰੋੜ ਰੁਪਈਆ ਉਹਨਾਂ ਦੇ ਇਲਾਕਿਆਂ 'ਚ ਦਿੱਤਾ ਹੈ। ਔਰ ਉਹ ਹੁਣ ਸਵਾਲ ਨਹੀਂ ਖੜਾ ਕਰਦੇ ਕੋਈ ਵੀ, ਨਾ ਇਹ ਸਵਾਲ ਹੈਗਾ ਹੁਣ ਕੋਈ ਸਵਾਲ ਨਹੀਂ। ਹੁਣ ਇੱਕ ਸਵਾਲ ਆ ਕਿ 2022 ਦਾ ਟੀਚਾ ਪੂਰਾ ਕਰਨਾ ਤੇ ਕਾਂਗਰਸ ਨੇ ਸਰਕਾਰ ਬਣਾਉਣੀ। ਜਿਹੋ ਜਿਹੇ ਹਾਲਾਤ ਨਜ਼ਰ ਆ ਰਹੇ ਨੇ, ਇਸ ਦੇ ਵਿੱਚ ਲੱਗਦਾ ਕਿ ਇਹ ਟੀਚਾ ਪੂਰਾ ਹੋ ਜਾਊਗਾ, ਜਿੱਥੇ ਆਪਣੇ ਹੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਵੇਰਕਾ ਸਾਹਿਬ, ਆਪਣੇ ਹੀ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ। ਆਪਣੇ ਨਾ ਘੇਰਦੇ ਆ ਨਾ ਸਵਾਲ ਖੜਾ ਕਰਦੇ ਆ। ਜੇ ਕੋਈ ਚਾਰ ਬੰਦੇ ਆਪੋ ਜੇ ਚਾਹ ਵੀ ਪੀ ਲੈਣ ਤੇ ਮੀਡੀਆ ਕਹਿੰਦਾ ਲੋ ਮੀਟਿੰਗ ਹੋ ਗਈ ਜੀ, ਵੱਖ ਮੀਟਿੰਗ ਹੋ ਗਈ ਜੀ। ਕੋਈ ਵੱਖ ਮੀਟਿੰਗ ਨਹੀਂ ਗਈ ਭਾਈ, ਇਹ ਇਕੱਠੇ ਹੋਣ ਦੀਆਂ ਮੀਟਿੰਗਾਂ ਚੱਲਦੀਆਂ ਪਈਆਂ ਹੀ। ਹੁਣ ਵੱਖੇ ਹੋਣ ਦੀਆਂ ਮੀਟਿੰਗਾਂ ਨਹੀਂ, ਉਹ ਇਹ ਇਕੱਠੇ ਹੋਣ ਦੀਆਂ ਮੀਟਿੰਗਾਂ। ਲੱਗਦਾ ਕੈਪਟਨ ਅਮਰਿੰਦਰ ਸਿੰਘ ਨਾਲ ਇਕੱਠੇ ਚੱਲ ਪਾਉਣਗੇ। ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੀਆਂ ਮਨਾਂ ਦੇ ਵਿੱਚ ਇਹਨਾਂ ਦੇ ਖਟਾਸ ਆ ਗਈ ਹੈਗੀ ਹੈ, ਜੋ ਨਿਰਾਸ਼ਾ ਆ ਚੁੱਕੀ ਹੈਗੀ ਹੈ, ਇਹ ਇਕੱਠੇ ਚੱਲਣ ਵਾਲੀ ਲੱਗਦੀ ਹੈ ਕਦੀ ਸਥਿਤੀ ਬਣ ਪਾਊ? ਉਹ ਭਾਈ ਇਹ ਕਈ ਵਾਰੀ ਨਾਰਾਜ਼ ਹੋਏ, ਕਈ ਵਾਰੀ ਮੰਨੇ। ਇਹ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਇਹ ਕਿਸੇ ਨਾ ਕਿਸੇ ਲੀਡਰ ਕੋਲ ਨਾਰਾਜ਼ ਹੋ ਜਾਂਦੇ ਆ। ਪਹਿਲੇ ਪ੍ਰਤਾਪ ਬਾਜਵੇ ਕੋਈ ਵੀ ਨਾਰਾਜ਼ ਹੋ ਗਏ, ਫਿਰ ਭੱਠਲ ਨਾ ਹੋ ਗਏ, ਫਿਰ ਭੱਠਲ ਨਾਲ ਵੀ ਨਾਰਾਜ਼ ਹੋ ਗਏ, ਕੈਪਟਨ ਨਾ ਹੋ ਗਏ, ਫਿਰ ਕੈਪਟਨ ਨਾਲ ਵੀ ਨਾਰਾਜ਼ ਹੋ ਗਏ, ਫਿਰ ਸਿੱਧੂ ਨਾ ਹੋ ਗਏ। ਲੇਕਿਨ ਮੈਂ ਮਹਿਸੂਸ ਕਰਦਾ ਕਿ ਇਹ ਆਪਸੀ ਰਹਿੰਦੇ ਆ, ਕਾਂਗਰਸ 'ਚ ਰਹਿੰਦੇ, ਪਰ ਕਾਂਗਰਸ 'ਚ ਬਾਹਰ ਨਹੀਂ ਜਾਂਦੇ। ਕਾਂਗਰਸ ਦੇ ਬੰਦੇ ਹੀ ਤੇ ਕਾਂਗਰਸ 'ਚ ਰਹਿਣਾ ਇਹਨਾਂ ਨੇ। ਪਰ ਆਪਸ ਦੇ ਵਿੱਚ ਜਿਹੜੀ ਨਾਰਾਜ਼ਗੀਆਂ ਹੁੰਦੀਆਂ ਇਹ ਕਦੀ ਨਾ ਕਦੀ ਡੈਮੇਜ ਜ਼ਰੂਰ ਕਰ ਦਿੰਦੀਆਂ ਹੈਗੀਆਂ ਨੇ, ਮੌਕਾ ਵਿਰੋਧੀਆਂ ਨੂੰ ਦੇ ਦਿੰਦੀਆਂ ਨੇ ਕਿ ਆਹ ਦੇਖੋ ਜੀ ਇਹਨਾਂ ਦਾ ਕਲੇਸ਼ ਆਪਸ ਦੇ ਵਿੱਚ ਹੀ ਚੱਲਿਆ ਪਿਆ। ਵਿਰੋਧੀਆਂ ਦੇ ਪੱਲੇ ਕੀ ਆ ਯਾਰ, ਵਿਰੋਧੀਆਂ ਨੇ ਕਿੱਥੋਂ ਆਉਣਾ ਹੀ ਅੱਗੇ। ਵਿਰੋਧੀ ਵਿਚਾਰੇ ਆਪਣਾ ਜਿਹੜਾ ਹੈਗਾ ਉਹ ਅੱਗਾ ਸਵਾਰ ਲੈਣਾ, ਉਹ ਬੜੀ ਵੱਡੀ ਗੱਲ ਆ। ਬਿਖਰੀਆਂ ਚੀਜ਼ਾਂ ਹੈਗੀਆਂ। ਕਾਂਗਰਸ ਪਾਰਟੀ ਇਕੱਠੀ ਆ, ਉਹ ਇਕੱਠੀ ਰਹੇਗੀ। ਪਰ ਕੀ ਲੱਗਦਾ ਤੁਹਾਨੂੰ, ਲੱਗਦਾ ਕਿ ਵਾਕਈ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਜਿਹੜੇ ਕਹੇ ਸੀ, ਜੋ ਵਾਅਦੇ ਕੀਤੇ ਸੀ, ਉਹ ਪੂਰੇ ਕਰ ਦਿੱਤੇ ਹੈਗੇ ਨੇ, ਜਾਂ ਲੱਗਦਾ ਕਿ ਤੁਹਾਨੂੰ ਵੀ ਮਹਿਸੂਸ ਹੁੰਦਾ ਕਿ ਇੱਕ ਅੱਧੀ ਚੀਜ਼ ਅਜਿਹੀ ਹੈਗੀ ਹੈ ਜਿਹੜੀ ਅਜੇ ਹੋਣੀ ਜ਼ਰੂਰੀ ਹੈਗੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਕੰਮ ਕੀਤੇ ਬਿਹਤਰੀਨ ਕੰਮ ਕੀਤੇ ਆ, ਔਰ ਬਾਕੀ ਕੋਈ 2-4 ਕੰਮ ਰਹਿ ਗਏ ਉਹ ਵੀ ਜਲਦੀ ਪੂਰੇ ਹੋਣਗੇ ਔਰ 100% ਟੀਚਾ ਪੂਰਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਰਾਜਕੁਮਾਰ ਵੇਰਕਾ ਕਹਿ ਰਹੇ ਨੇ ਕਿ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ, ਕੋਈ ਵੀ ਮੀਟਿੰਗ ਦੇ ਵਾਸਤੇ
ਕਿਸੇ ਵੀ ਵਿਧਾਇਕ ਦੇ ਵੱਲੋਂ ਚਿੱਠੀ ਨਹੀਂ ਲਿਖੀ ਗਈ, ਕੋਈ ਵੀ ਕਾਲ ਨਹੀਂ ਦਿੱਤੀ ਗਈ ਔਰ ਸਾਰੇ ਇਕੱਠੇ ਹੈਗੇ ਨੇ। ਕਹਿੰਦੇ ਕਿ ਆਪਸ ਦੇ ਵਿੱਚ ਜ਼ਰੂਰ ਵਖਰੇਵੇਂ ਹੋ ਸਕਦੇ ਨੇ, ਕਦੀ ਭੱਠਲ ਦੇ ਨਾਲ ਹੋ ਜਾਂਦੇ ਨੇ, ਕਦੀ ਪ੍ਰਤਾਪ ਬਾਜਵਾ ਦੇ ਨਾਲ ਹੋ ਜਾਂਦੇ ਨੇ, ਕਦੀ ਸਿੱਧੂ ਨਾਲ ਹੋ ਜਾਂਦੇ ਨੇ, ਪਰ ਆਪਸ ਦੇ ਵਿੱਚ ਹੀ ਸਾਰੇ ਇਕੱਠੇ ਰਹਿੰਦੇ ਨੇ ਔਰ ਸਾਰੇ ਇਕੱਠੇ ਮਿਲ ਜੁਲ ਕੇ ਹੀ ਕਾਂਗਰਸ ਦੇ ਵਿੱਚ ਕੰਮ ਕਰਦੇ ਨੇ ਔਰ 2022 ਦੇ ਵਿੱਚ ਕਾਂਗਰਸ ਨੂੰ ਅੱਗੇ ਲੈ ਕੇ ਜਾਣਗੇ। ਹੁਣ ਦੇਖਣਾ ਹੋਊਗਾ ਕਿ ਇਹ ਸਭ ਕੁਝ ਕੀ ਐਦਾਂ ਹੀ ਸਹੀ ਸਲਾਮਤ ਚੱਲਦਾ ਹੈ, ਕਿ ਕਾਂਗਰਸ ਇਕਜੁੱਟ ਰਹਿੰਦੀ ਹੈ ਜਾਂ ਫਿਰ 22 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਪੁਆੜਾ ਪੈਂਦਾ ਹੋਇਆ ਨਜ਼ਰ ਆਉਂਦਾ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।